गुड मॉर्निंग बेटा। अज का अपना टॉपिक है पाठ पहला भाषा। व्याकरण का ये पाठ है अपना पहला भाषा। हाँ जी, भाषा साडे भावां जां विचारां नूं दूसरिਆਂ तक पहुँचाउण दा इक्को एक महत्वपूर्ण अते प्रभावशाली साधन है। भाषा तो बिना गंढां, चित्रां, रंगां ते इशारिਆਂ आदि राहीं भी मनुख अपने विचारां ਜਾਂ ਭਾਵਾਂ ਨੂੰ ਦੂਸਰਿਆਂ ਤੱਕ ਪਹੁੰਚਾਉਣ ਦਾ ਯਤਨ ਕਰਦਾ ਰਿਹਾ ਹੈ। ਪਰ ਇਹ ਸਾਰੇ ਹੀ ਸਾਧਨ ਭਾਸ਼ਾ ਜਿੰਨੇ ਹੀ ਸਫਲ ਅਤੇ ਪ੍ਰਭਾਵਸ਼ਾਲੀ ਨਹੀਂ। ਇਹਨਾਂ ਗੈਰ ਭਾਸ਼ਾਈ ਸਾਧਨਾਂ ਰਾਹੀਂ ਅਸੀਂ ਆਪਣੀ ਹਰ ਗੱਲ ਜਾਂ ਹਰ ਭਾਵ ਨੂੰ ਨਹੀਂ ਪ੍ਰਗਟਾ ਸਕਦੇ। ਇਸ ਲਈ ਭਾਸ਼ਾ ਹੀ ਸਾਡੇ ਵਿਚਾਰਾਂ ਦੇ ਪ੍ਰਗਟਾਵੇ ਦਾ ਇੱਕੋ ਇੱਕ ਸਫਲ ਅਤੇ ਪ੍ਰਭਾਵਸ਼ਾਲੀ ਸਾਧਨ ਹੈ। ਭਾਸ਼ਾ ਦੀ ਪਰਿਭਾਸ਼ਾ: ਜਿਨ੍ਹਾਂ ਬੋਲਾਂ ਰਾਹੀਂ ਅਸੀਂ ਆਪਣੀ ਗੱਲ ਜਾਂ ਆਪਣੇ ਭਾਵਾਂ ਵਿਚਾਰਾਂ ਨੂੰ ਬੋਲ ਕੇ ਜਾਂ ਲਿਖ ਕੇ ਦੂਜਿਆਂ ਤੱਕ ਪਹੁੰਚਾਉਂਦੇ ਹਾਂ, ਉਹਨਾਂ ਬੋਲਾਂ ਨੂੰ ਹੀ ਭਾਸ਼ਾ ਦਾ ਨਾਂ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਭਾਸ਼ਾ ਸਾਡੇ ਭਾਵਾਂ ਜਾਂ ਵਿਚਾਰਾਂ ਦੇ ਪ੍ਰਗਟਾਵੇ ਦਾ ਇੱਕ ਸਫਲ ਅਤੇ ਪ੍ਰਭਾਵਸ਼ਾਲੀ ਸਾਧਨ ਹੈ। ਭਾਸ਼ਾ ਮਨੁੱਖ ਦੀ ਆਪਣੀ ਪ੍ਰਾਪਤੀ। ਦੇਖਣ ਸੁਣਨ ਆਦਿ ਦੀ ਸ਼ਕਤੀ ਤਾਂ ਬੱਚੇ ਨੂੰ ਜਨਮ ਲੈਣ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ, ਪਰ ਭਾਸ਼ਾ ਉਸਨੂੰ ਸਿੱਖਣੀ ਪੈਂਦੀ ਹੈ। ਬੱਚਾ ਮਾਂ ਬਾਪ, ਭੈਣ ਭਰਾਵਾਂ ਅਤੇ ਆਲੇ ਦੁਆਲੇ ਤੋਂ ਭਾਸ਼ਾ ਸਿੱਖਦਾ ਹੈ। ਬੱਚੇ ਦੇ ਪੈਦਾ ਹੋਣ ਤੋਂ ਬਾਅਦ ਉਸਨੂੰ ਬੋਲਣਾ ਸਿਖਾਇਆ ਜਾਂਦਾ ਹੈ। ਜੇਕਰ ਉਸਨੂੰ ਬੋਲਣਾ ਨਾ ਸਿਖਾਇਆ ਜਾਵੇ ਅਤੇ ਉਸਦੇ ਸਾਹਮਣੇ ਕੋਈ ਵੀ ਨਾ ਬੋਲੇ ਤਾਂ ਉਹ ਬੋਲਣਾ ਨਹੀਂ ਸਿੱਖ ਸਕਦਾ। ਇਸ ਤਰ੍ਹਾਂ ਬੱਚਾ ਆਪਣੇ ਯਤਨਾਂ ਨਾਲ ਹੀ ਭਾਸ਼ਾ ਸਿੱਖਦਾ ਹੈ। ਇਸ ਤੋਂ ਬਾਅਦ ਹੈ ਬੇਟਾ ਭਾਸ਼ਾ ਇੱਕ ਸਮਾਜਿਕ ਉਪਜ। ਭਾਸ਼ਾ ਇੱਕ ਸਮਾਜਿਕ ਉਪਜ ਹੈ ਅਤੇ ਇਹ ਸਮਾਜ ਦੀ ਦੇਣ ਹੈ। ਅਸੀਂ ਸਮਾਜ ਵਿੱਚ ਰਹਿ ਕੇ ਹੀ ਭਾਸ਼ਾ ਸਿੱਖ ਸਕਦੇ ਹਾਂ। ਹਰ ਸਮਾਜ ਦੀ ਆਪਣੀ ਇੱਕ ਭਾਸ਼ਾ ਹੁੰਦੀ ਹੈ। ਕੋਈ ਵੀ ਸਮਾਜ ਬਿਨਾਂ ਭਾਸ਼ਾ ਦੇ ਨਹੀਂ ਹੋ ਸਕਦਾ। ਭਾਸ਼ਾ ਰਾਹੀਂ ਹੀ ਸਮਾਜ ਦੇ ਲੋਕਾਂ ਨੇ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਹੁੰਦਾ ਹੈ। ਭਾਸ਼ਾ ਦਾ ਮੁੱਢਲਾ ਰੂਪ: ਸਪਸ਼ਟ ਹੈ ਕਿ ਭਾਸ਼ਾ ਮਨੁੱਖ ਦੇ ਨਾਲ ਹੀ ਪੈਦਾ ਨਹੀਂ ਹੋਈ। ਭਾਸ਼ਾ ਤਾਂ ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਸਿੱਟਾ ਹੈ। ਖਿਆਲ ਕੀਤਾ ਜਾਂਦਾ ਹੈ ਕਿ ਸ਼ੁਰੂ ਵਿੱਚ ਮਨੁੱਖ ਜਾਨਵਰਾਂ ਵਾਂਗ ਹੀ ਆਵਾਜ਼ਾਂ ਕੱਢਦਾ ਹੋਵੇਗਾ। ਉਸਨੇ ਆਪਣੇ ਭਾਵਾਂ ਦੇ ਪ੍ਰਗਟਾਵੇ ਲਈ ਆਪਣੇ ਸਰੀਰ ਦੇ ਅੰਗਾਂ ਜਾਂ ਇਸ਼ਾਰਿਆਂ ਦਾ ਆਸਰਾ ਲਿਆ ਹੋਵੇਗਾ। ਭਾਸ਼ਾ ਮਨੁੱਖ ਦੇ ਪੈਦਾ ਹੋਣ ਤੋਂ ਬਹੁਤ ਦੇਰ ਬਾਅਦ ਹੋਂਦ ਵਿੱਚ ਆਈ ਹੈ। ਇਸ ਤੋਂ ਬਾਅਦ ਹੈ ਭਾਸ਼ਾ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ। ਭਾਸ਼ਾ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਭਾਸ਼ਾ ਰਾਹੀਂ ਹੀ ਮਨੁੱਖ ਦਾ ਵਿਕਾਸ ਸੰਭਵ ਹੋਇਆ ਹੈ ਅਤੇ ਉਸਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ। ਮਨੁੱਖ ਦੀਆਂ ਹੋਰ ਸਾਰੀਆਂ ਪ੍ਰਾਪਤੀਆਂ ਭਾਸ਼ਾ 'ਤੇ ਹੀ ਆਧਾਰਿਤ ਹਨ। ਭਾਸ਼ਾ ਨੇ ਹੀ ਮਨੁੱਖ ਨੂੰ ਸਾਰੇ ਪ੍ਰਾਣੀਆਂ ਵਿੱਚੋਂ ਸ਼੍ਰੇਸ਼ਟ ਬਣਾਇਆ ਹੈ। ਇਸ ਤੋਂ ਬਾਅਦ ਪ੍ਰਗਟਾਵੇ ਦੇ ਦੋ ਢੰਗ। ਭਾਸ਼ਾ ਸਾਡੇ ਵਿਚਾਰਾਂ ਦੇ ਪ੍ਰਗਟਾਵੇ ਦਾ ਸਾਧਨ ਹੈ। ਇਸ ਪ੍ਰਗਟਾਵੇ ਦੇ ਦੋ ਮੁੱਖ ਢੰਗ ਹਨ, ਬੋਲ ਕੇ ਅਤੇ ਲਿਖ ਕੇ। ਤੀਸਰਾ ਢੰਗ ਇਸ਼ਾਰਿਆਂ ਦਾ ਹੈ, ਪਰ ਇਹ ਸਾਡੇ ਵਿਚਾਰਾਂ ਭਾਵਾਂ ਦੇ ਪ੍ਰਗਟਾਵੇ ਦਾ ਸਫਲ ਸਾਧਨ ਨਹੀਂ ਹੈ। ਇਹਨਾਂ ਇਸ਼ਾਰਿਆਂ ਨੂੰ ਅਸੀਂ ਭਾਸ਼ਾ ਦੇ ਖੇਤਰ ਵਿੱਚ ਨਹੀਂ ਰੱਖ ਸਕਦੇ। ਇਹ ਸਾਡੇ ਭਾਵਾਂ ਜਾਂ ਵਿਚਾਰਾਂ ਦੇ ਪ੍ਰਗਟਾਵੇ ਦਾ ਗੈਰ ਭਾਸ਼ਾਈ ਸਾਧਨ ਹੈ। ਇਸ ਤਰ੍ਹਾਂ ਹਰ ਭਾਸ਼ਾ ਵਿੱਚ ਪ੍ਰਗਟਾਵੇ ਦੇ ਦੋ ਹੀ ਮੁੱਖ ਢੰਗ ਹਨ, ਬੋਲ ਕੇ ਜਾਂ ਲਿਖ ਕੇ। ਇਸੇ ਆਧਾਰ 'ਤੇ ਹਰ ਭਾਸ਼ਾ ਦੀਆਂ ਦੋ ਕਿਸਮਾਂ ਹੋਂਦ ਵਿੱਚ ਆਈਆਂ ਹਨ, ਜਿਵੇਂ ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ। ਸਭ ਤੋਂ ਪਹਿਲਾਂ ਬੋਲਚਾਲ ਦੀ ਭਾਸ਼ਾ: ਜਦ ਅਸੀਂ ਆਪਣੀ ਗੱਲ ਜਾਂ ਆਪਣੇ ਭਾਵਾਂ ਵਿਚਾਰਾਂ ਨੂੰ ਬੋਲ ਕੇ ਦੂਸਰੇ ਵਿਅਕਤੀਆਂ ਤੱਕ ਪਹੁੰਚਾਉਂਦੇ ਹਾਂ ਤਾਂ ਇਹ ਭਾਸ਼ਾ ਦਾ ਬੋਲਚਾਲ ਦਾ ਰੂਪ ਹੁੰਦਾ ਹੈ। ਇਸ ਨੂੰ ਬੋਲਚਾਲ ਦੀ ਭਾਸ਼ਾ ਜਾਂ ਮੌਖਿਕ ਭਾਸ਼ਾ ਦਾ ਨਾਂ ਦਿੱਤਾ ਜਾਂਦਾ ਹੈ। ਦੂਸਰਿਆਂ ਨਾਲ ਗੱਲਬਾਤ ਕਰਦਿਆਂ ਅਸੀਂ ਇਸੇ ਭਾਸ਼ਾ ਦੀ ਵਰਤੋਂ ਕਰਦੇ ਹਾਂ। ਦੋ ਵਿਅਕਤੀਆਂ ਵਿਚਕਾਰ ਹੁੰਦੀ ਮੌਖਿਕ ਗੱਲਬਾਤ ਬੋਲਚਾਲ ਦੀ ਭਾਸ਼ਾ ਵਿੱਚ ਹੀ ਹੁੰਦੀ ਹੈ। ਇਹ ਜਨ ਸਧਾਰਨ ਜਾਂ ਆਮ ਲੋਕਾਂ ਦੀ ਭਾਸ਼ਾ ਹੁੰਦੀ ਹੈ। ਅਸੀਂ ਆਪਣੇ ਘਰ ਵਿੱਚ ਅਤੇ ਬਾਹਰ ਗੱਲਬਾਤ ਸਮੇਂ ਇਸੇ ਭਾਸ਼ਾ ਦੀ ਵਰਤੋਂ ਕਰਦੇ ਹਾਂ। ਦੂਸਰਾ ਵਿਅਕਤੀ ਸਾਡੀ ਕਹੀ ਗੱਲ ਨੂੰ ਸੁਣ ਕੇ ਹੀ ਸਮਝਦਾ ਹੈ ਅਤੇ ਬੋਲ ਕੇ ਹੀ ਸਾਡੀ ਗੱਲ ਜਾਂ ਪੁੱਛੇ ਗਏ ਸਵਾਲ ਪ੍ਰਸ਼ਨ ਦਾ ਜਵਾਬ ਉੱਤਰ ਦਿੰਦਾ ਹੈ। ਪਹਿਲਾਂ ਭਾਸ਼ਾ ਦਾ ਬੋਲਚਾਲ ਦਾ ਰੂਪ ਹੀ ਪੈਦਾ ਹੁੰਦਾ ਹੈ। ਲਿਖਤੀ ਭਾਸ਼ਾ ਤਾਂ ਬਾਅਦ ਵਿੱਚ ਹੋਂਦ ਵਿੱਚ ਆਉਂਦੀ ਹੈ। ਉਂਝ ਵੀ ਬੱਚਾ ਪਹਿਲਾਂ ਭਾਸ਼ਾ ਨੂੰ ਬੋਲਣਾ ਹੀ ਸਿੱਖਦਾ ਹੈ।
घर विच ਉਹ माँ-बाप भैन भरावां ਦੀ ਮਦਦ ਨਾਲ ਆਪਣੀ ਭਾਸ਼ਾ ਮਾਤ ਭਾਸ਼ਾ ਜਾਂ ਮਾਂ ਬੋਲੀ ਨੂੰ ਬੋਲਣਾ ਸਿੱਖਦਾ ਹੈ। ਬੋਲਚਾਲ ਸਮੇਂ ਭਾਸ਼ਾ ਦੇ ਨਿਯਮਾਂ ਤੋਂ ਕੁਝ ਖੁੱਲ੍ਹ ਲੈ ਲਈ ਜਾਂਦੀ ਹੈ। ਗੱਲਬਾਤ ਸਮੇਂ ਦੂਜਾ ਵਿਅਕਤੀ ਸਾਡੇ ਸਾਹਮਣੇ ਹੁੰਦਾ ਹੈ, ਇਸ ਲਈ ਬੋਲਣ ਸਮੇਂ ਵਾਕ ਦੇ ਕੁਝ ਹਿੱਸੇ ਛੱਡ ਦੇਣ ਨਾਲ ਵੀ ਸੁਣਨ ਵਾਲਾ ਸਾਡੀ ਗੱਲ ਸਮਝ ਲੈਂਦਾ ਹੈ। ਜਿਵੇਂ ਤੂੰ ਜਾਵੇਂਗਾ ਦੀ ਥਾਂ ਇਕੱਲੇ ਸ਼ਬਦ ਜਾਵੇਂਗਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਸਥਿਤੀ ਵਿੱਚ ਇਸ਼ਾਰਿਆਂ ਅਤੇ ਚਿਹਰੇ ਦੇ ਪ੍ਰਭਾਵਾਂ ਰਾਹੀਂ ਸਪਸ਼ਟਤਾ ਲਿਆਂਦੀ ਜਾ ਸਕਦੀ ਹੈ। ਉਸ ਤੋਂ ਬਾਅਦ ਹੈ ਬੇਟਾ ਲਿਖਤੀ ਭਾਸ਼ਾ। ਜਦੋਂ ਅਸੀਂ ਆਪਣੀ ਗੱਲ ਲਿਖ ਕੇ ਦੂਸਰੇ ਵਿਅਕਤੀਆਂ ਤੱਕ ਪਹੁੰਚਾਉਂਦੇ ਹਾਂ ਅਤੇ ਦੂਸਰਾ ਵਿਅਕਤੀ ਇਸ ਨੂੰ ਪੜ੍ਹ ਕੇ ਸਾਡੀ ਗੱਲ ਸਮਝਦਾ ਹੈ ਤਾਂ ਇਹ ਭਾਸ਼ਾ ਦਾ ਲਿਖਤੀ ਰੂਪ ਅਖਵਾਉਂਦਾ ਹੈ। ਇਸ ਨੂੰ ਲਿਖਤੀ ਭਾਸ਼ਾ ਕਿਹਾ ਜਾਂਦਾ ਹੈ। ਲਿਖਤੀ ਭਾਸ਼ਾ ਲਈ ਭਾਸ਼ਾ ਵਿਆਕਰਨ ਦੇ ਨਿਯਮਾਂ ਨੂੰ ਅਪਣਾਉਣਾ ਪੈਂਦਾ ਹੈ। ਲਿਖਤੀ ਭਾਸ਼ਾ ਲਈ ਜੇਕਰ ਵਿਆਕਰਨਿਕ ਨਿਯਮਾਂ ਨੂੰ ਨਾ ਅਪਣਾਇਆ ਜਾਵੇ ਤਾਂ ਵਿਚਾਰਾਂ ਦੀ ਸਪਸ਼ਟਤਾ ਪ੍ਰਭਾਵਿਤ ਹੁੰਦੀ ਹੈ। ਇਸ ਲਈ ਲਿਖਣ ਲੱਗਿਆਂ ਭਾਸ਼ਾ ਦੀ ਸ਼ੁੱਧਤਾ ਦਾ ਖਿਆਲ ਰੱਖਿਆ ਜਾਂਦਾ ਹੈ। ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਵੱਲ ਵੀ ਧਿਆਨ ਦੇਣਾ ਪੈਂਦਾ ਹੈ। ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਵਿੱਚ ਵਰਤੀ ਗਈ ਅਣਗਹਿਲੀ ਜਾਂ ਇਹਨਾਂ ਦੀ ਗਲਤ ਵਰਤੋਂ ਕਾਰਨ ਅਰਥਾਂ ਦੇ ਅਸਪਸ਼ਟ ਹੋਣ ਜਾਂ ਬਦਲ ਜਾਣ ਦੀ ਸੰਭਾਵਨਾ ਹੋ ਜਾਂਦੀ ਹੈ। ਭਾਸ਼ਾ ਦੇ ਬੋਲਚਾਲ ਦੇ ਰੂਪ ਜਾਂ ਬੋਲਚਾਲ ਦੀ ਮੌਖਿਕ ਭਾਸ਼ਾ ਦੇ ਪੈਦਾ ਹੋਣ ਤੋਂ ਬਾਅਦ ਹੀ ਭਾਸ਼ਾ ਦਾ ਲਿਖਤੀ ਰੂਪ ਜਾਂ ਲਿਖਤੀ ਭਾਸ਼ਾ ਹੋਂਦ ਵਿੱਚ ਆਉਂਦੀ ਹੈ। ਬੱਚਾ ਪਹਿਲਾਂ ਬੋਲਣਾ ਹੀ ਸਿੱਖਦਾ ਹੈ ਅਤੇ ਬਾਅਦ ਵਿੱਚ ਹੀ ਉਸ ਨੂੰ ਲਿਖਣਾ ਸਿਖਾਇਆ ਜਾਂਦਾ ਹੈ। ਬੱਚਾ ਬੋਲਣਾ ਤਾਂ ਘਰ ਵਿੱਚ ਹੀ ਸਿੱਖ ਲੈਂਦਾ ਹੈ, ਸਕੂਲ ਵਿੱਚ ਆ ਕੇ ਉਹ ਲਿਖਣਾ ਸਿੱਖਦਾ ਹੈ। ਇਸ ਤਰ੍ਹਾਂ ਹਰ ਭਾਸ਼ਾ ਦੇ ਦੋ ਰੂਪ ਹਨ, ਇੱਕ ਉਸ ਦਾ ਬੋਲਚਾਲ ਦਾ ਰੂਪ ਭਾਵ ਬੋਲਚਾਲ ਦੀ ਭਾਸ਼ਾ ਅਤੇ ਦੂਜਾ ਉਸ ਦਾ ਲਿਖਤੀ ਰੂਪ। ਇੱਥੋਂ ਤੱਕ ਬੇਟਾ ਤੁਸੀਂ ਕੱਲ੍ਹ ਨੂੰ ਕਰ ਲਿਓ ਟੌਪਿਕ, ਇਹ ਨੈਕਸਟ ਫਿਰ ਆਪਾਂ ਅਗਲੇ ਪੀਰੀਅਡ 'ਚ ਕਰਾਂਗੇ। ਓਕੇ ਬੇਟਾ, ਥੈਂਕ ਯੂ।